ਇਕ ਮਨ ਪੁਰਖ ਧਿਆਏ ਬਰਦਾਤਾ। ਸੰਤ ਸਹਾਰ ਸਦਾ ਬਿਖਿਆਤਾ। ਦਾਸ ਚਰਨ ਲੈ ਹਿਰਦੈ ਬਸਾਉ। ਤਉ ਪਰਮ ਗੁਰੂ ਨਾਨਕ ਗੁਣ ਗਾਵੂੰ। ਦਾਸ ਚਰਨ ਲੈ ਹਿਰਦੈ ਬਸਾਉ। ਤਉ ਪਰਮ ਗੁਰੂ ਨਾਨਕ ਗੁਣ ਗਾਵੂੰ। ਗਾਵੂੰ ਗੁਣ ਪਰਮ ਗੁਰੂ ਸੁਖ ਸਾਗਰ। ਦੁਰਤ ਨਿਵਾਰਣ ਸ਼ਬਦ ਸਰੇ। ਗਾਵੈ ਗੰਭੀਰ ਤੀਰ ਮਤ ਸਾਗਰ। ਜੋਗੀ ਜੰਗਮ ਧਿਆਨ ਧਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ। ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੂੰ ਗੁਰ ਨਾਨਕ। ਰਾਜ ਜੋਗ ਜਿਨ ਮਾਣਿਓ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ। ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੂੰ ਗੁਰ ਨਾਨਕ। ਰਾਜ ਜੋਗ ਜਿਨ ਮਾਣਿਓ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਬਾਸ ਨ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਬਾਸ ਨ ਭਰਿਆ ਰੇ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਤੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ ਔਰ ਸਾਹਿਬ ਜੀ ਨੇ ਇਹ ਜੋ ਸੁਭਾਗ ਘੜੀਆਂ ਬਖਸ਼ੀਆਂ ਨੇ ਗੁਰਬਾਣੀ ਕੀਰਤਨ ਰਾਹੀਂ
ਇਹਨਾਂ ਘੜੀਆਂ ਨੂੰ ਸਕਾਰਥ ਔਰ ਸਫਲ ਬਣਾਉਣ ਦਾ ਇਹ ਉਦਮ ਕੀਤਾ, ਯਤਨ ਕੀਤਾ ਹੈ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਅੰਮ੍ਰਿਤਮਈ ਮੁਬਾਰਕ ਰਸਨਾ ਤੋਂ ਉਚਾਰਨ। ਪਾਵਨ ਅੰਮ੍ਰਿਤਮਈ ਸ਼ਲੋਕਾਂ ਦੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਆਪ ਜੀ ਵਿਚਾਰ ਸ਼ਰਵਣ ਕਰਦੇ ਹੋ, ਵਿਚਾਰ ਦਾ ਆਨੰਦ ਮਾਣਦੇ ਹੋ। ਔਰ ਭਗਤ ਕਬੀਰ ਸਾਹਿਬ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਰਾਹੀਂ ਸਾਨੂੰ ਜੀਵਨ ਦੇ ਵੱਖਰੇ ਵੱਖਰੇ ਪੱਖਾਂ ਦਾ ਗਿਆਨ ਔਰ ਉਪਦੇਸ਼ ਬਖਸ਼ ਰਹੇ ਹਨ। ਔਰ ਇਹਨਾਂ ਗੁਰੂ ਕਿਆਂ ਬਚਨਾਂ ਨੂੰ, ਗੁਰਬਾਣੀ ਦੇ ਬਚਨਾਂ ਨੂੰ ਜਿੱਥੇ ਆਪਾਂ ਪੜ੍ਹਨਾ ਔਰ ਵਿਚਾਰਨਾ ਹੈ, ਉੱਥੇ ਨਾਲ ਦੀ ਨਾਲ ਇੱਥੋਂ ਗਿਆਨ ਹਾਸਲ ਕਰਕੇ ਉਹਨੂੰ ਆਪਣੇ ਜੀਵਨ ਅੰਦਰ ਅਪਣਾਉਣਾ ਹੈ। ਜੋ ਵੀ ਆਪਾਂ ਬਾਣੀ 'ਚੋਂ, ਕੀਰਤਨ 'ਚੋਂ, ਬਾਣੀ ਵਿਚਾਰ 'ਚੋਂ ਗੁਰੂ ਕੇ ਉਪਦੇਸ਼ ਰੂਪ ਹੀਰੇ ਰਤਨ ਸੁਣਦੇ ਹਾਂ, ਉਹ ਸੁਣਿਆ ਫਿਰ ਤਾਂ ਅੱਗੇ ਜਾ ਕੇ ਸਕਾਰਥ ਅਤੇ ਸਫਲ ਪੈਂਦਾ ਹੈ ਜੇ ਉਹਨੂੰ ਮੰਨਿਆ ਗਿਆ, ਜੇ ਉਹਨੂੰ ਕਮਾਇਆ ਗਿਆ। ਗਾਵੀਆ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 21 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ, ਕਬੀਰ ਸਾਹਿਬ ਨੇ ਇਹ ਸਮਝਾਇਆ ਕਿ ਸਾਂਝ ਮਿੱਤਰਤਾ ਭਿਆਲੀ ਕੇਵਲ ਇੱਕ ਦੇ ਨਾਲ ਰੱਖੋ। ਜਿਹੜੇ ਬਹੁਤਿਆਂ ਦੇ ਨਾਲ ਮਿੱਤਰਤਾ ਪਾਉਂਦੇ ਨੇ ਉਹ ਕਈ ਵਾਰ ਸੁੱਖ ਤੋਂ ਵਿਹੂਣੇ ਵਾਂਝੇ ਰਹਿ ਜਾਂਦੇ ਹਨ। ਪਰ ਜੋ ਚਿੱਤ ਰਾਖੈ ਏਕ ਸਿਉ ਤੇ ਸੁਖ ਪਾਵੈ ਨੀਤ। ਜਿਨ੍ਹਾਂ ਦਾ ਚਿੱਤ, ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਦਾ ਭਰੋਸਾ ਵਿਸ਼ਵਾਸ ਕੇਵਲ ਇੱਕ 'ਤੇ ਬੱਝ ਗਿਆ, ਉਹ ਫਿਰ ਪੂਰੇ ਭਰੋਸੇ ਦੇ ਨਾਲ ਇੱਕੋ ਦੇ ਅੱਗੇ ਝੁਕਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਹੈ। ਆਪਾਂ ਜਿਹਦੇ ਅੱਗੇ ਜਾ ਕੇ ਬੇਨਤੀ ਕਰਨੀ ਹੈ, ਪੁਕਾਰ ਕਰਨੀ ਹੈ। ਇਸੇ ਨੂੰ ਮਹਾਰਾਜ ਬਾਣੀ 'ਚ ਕਹਿੰਦੇ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ। ਸਮਰਪਿਤ ਹੀ ਹੋ ਜਾਣਾ ਗੁਰੂ ਚਰਨਾਂ 'ਚ, ਬਸ ਡੇਗੀ ਜਾਣਾ। ਮਹਾਰਾਜ ਤੁਹਾਡੇ ਤੋਂ ਬਿਨਾਂ ਥਾਂ ਹੀ ਨਹੀਂ ਹੈ, ਦੱਸੋ ਜਾਈਏ ਤੇ ਜਾਈਏ ਕਿੱਥੇ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿਉਂਕਿ ਇਹ ਜਿਹੜਾ ਧਰਮ ਦਾ ਮਾਰਗ ਹੈ, ਇਹ ਕੋਈ ਅੱਧ ਵਿਚਾਲੇ ਦਾ ਮਾਰਗ ਨਹੀਂ ਹੈ ਕਿ ਅੱਧਾ ਮਨ ਉੱਧਰ ਵੀ ਰੱਖ ਲਵੋ, ਅੱਧਾ ਉੱਧਰ। ਇਹ ਪੂਰੀ ਤਰ੍ਹਾਂ 100% ਸਮਰਪਿਤ ਹੋਣ ਦਾ ਮਾਰਗ ਹੈ। ਪੂਰੀ ਤਰ੍ਹਾਂ ਸਮਰਪਿਤ, ਮਨ ਕਰਕੇ ਵੀ, ਤਨ ਕਰਕੇ ਵੀ, ਧਨ ਕਰਕੇ ਵੀ, ਸਾਰਾ ਕੁਝ ਸਮਰਪਿਤ ਕਰਕੇ ਵੀ ਫਿਰ ਇਹ ਮਾਣ ਮਨ 'ਚ ਨਹੀਂ ਰੱਖਣਾ ਕਿ ਮੈਂ ਕੁਝ ਸਮਰਪਿਤ ਕੀਤਾ, ਮੈਂ ਕੁਝ ਭੇਟ ਕੀਤਾ ਹੈ। ਫਿਰ ਵੀ ਮਨ 'ਚ ਭਾਵਨਾ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਵਾਲੀ ਹੋਣੀ ਚਾਹੀਦੀ ਹੈ। ਖੈਰ, ਜਦੋਂ ਪੂਰੀ ਤਰ੍ਹਾਂ ਮਾਲਕ ਅੱਗੇ ਸਮਰਪਿਤ ਹੋਵਾਂਗੇ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਤੇ ਫਿਰ ਮਾਲਕ ਨੂੰ ਵੀ ਹੋਵੇਗਾ ਕਿ ਇਹਦਾ ਮੇਰੇ ਤੋਂ ਬਿਨਾਂ ਸਹਾਰਾ ਹੀ ਨਹੀਂ ਹੈ, ਇਹ ਜਾਵੇਗਾ ਕਿੱਥੇ। ਜੇ ਮੈਂ ਇਹਦੀ ਆਸਾ ਮਨਸਾ ਪੂਰੀ ਨਾ ਕਰਾਂਗਾ ਤੇ ਫਿਰ ਕੌਣ ਇਹਦੀਆਂ ਮੁਰਾਦਾਂ ਪੂਰੀਆਂ ਕਰੇਗਾ, ਇਹਦੇ ਮਨੋਰਥ ਪੂਰੇ ਕਰੇਗਾ। ਇਹ ਹੈ ਜਦੋਂ ਅਸੀਂ ਮਾਲਕ ਨੂੰ ਸਮਰਪਿਤ ਹੋ ਗਏ ਤੇ ਫਿਰ ਮਾਲਕ ਆਪਣੇ ਆਪ ਸਾਨੂੰ ਸਮਰਪਿਤ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਵੀ ਹੈ ਕਿ ਜਿਹੜਾ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਹੋਵੇ ਉਹ ਕਈ ਵਾਰ ਖਾਲੀ ਰਹਿ ਜਾਂਦਾ, ਭੁੱਖਾ ਹੀ ਰਹਿ ਜਾਂਦਾ ਹੈ। ਕਿਉਂਕਿ ਸਾਰੇ ਇਹੀ ਸੋਚਦੇ ਹਨ ਕਿ ਕੋਈ ਨਾ ਦੂਜੇ ਨੇ ਆਪੇ ਦੀ ਸੇਵਾ ਪਾਣੀ ਕਰ ਦੇਣੀ ਹੈ, ਦੂਜੇ ਸੋਚਦੇ ਪਹਿਲੇ ਤੀਜੇ, ਇੱਦਾਂ ਫਿਰ ਉਹਨੂੰ
ਕਈ ਵਾਰ ਭੁੱਖਿਆਂ ਰਹਿਣਾ ਪੈਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਬਹੁਤੇ ਘਰੀਂ ਪ੍ਰਾਹੁਣਾ ਜਿਉਂ ਰਹਿੰਦਾ ਭੁੱਖਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਜਿਹੜੇ ਬਹੁਤਿਆਂ ਦੇ ਨਾਲ ਮਿੱਤਰਤਾ ਪਾ ਕੇ ਰੱਖਦੇ ਹਨ ਉਹ ਸੁੱਖ ਤੋਂ ਵਿਹੂਣੇ ਰਹਿ ਜਾਂਦੇ ਨੇ, ਉਹਨਾਂ ਦੀ ਜ਼ਰੂਰਤ ਕਿਸੇ ਜਗ੍ਹਾ 'ਤੇ ਵੀ ਪੂਰੀ ਨਹੀਂ ਹੁੰਦੀ। ਇਸ ਕਰਕੇ ਉਹ ਕਹਿੰਦੇ ਜਿਨ੍ਹਾਂ ਦਾ ਚਿੱਤ ਇੱਕ ਦੇ ਨਾਲ ਜੁੜ ਗਿਆ ਉਹ ਫਿਰ ਹਮੇਸ਼ਾ ਸੁੱਖ ਪਾਉਂਦੇ ਹਨ। ਅਤੇ ਚਿੱਤ ਜੋੜਨਾ ਕਿਹਦੇ ਨਾਲ ਹੈ? ਜਿਹੜਾ ਸਰਬ ਕਲਾ ਸਮਰੱਥ ਦਾਤਾ ਹੈ, ਸਾਰੇ ਸੁੱਖਾਂ ਦਾ ਦਾਤਾ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੀ ਕੋਈ। ਇੱਦੋਂ ਅੱਗੇ ਹੁਣ ਅੱਜ 22 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਨੇ, ਇਹ ਬੜੇ ਪਿਆਰੇ ਅਤੇ ਕਬੀਰ ਸਾਹਿਬ ਜੀ ਦੇ ਬਹੁਤ ਪ੍ਰਸਿੱਧ ਬਚਨ ਹਨ। ਕਿਉਂਕਿ ਜੋ ਸਾਡਾ ਇਤਿਹਾਸ ਹੈ, ਬੇਅੰਤ ਸ਼ਹੀਦਾਂ, ਬੇਅੰਤ ਕੁਰਬਾਨੀ ਦੇਣ ਵਾਲਿਆਂ ਯੋਧਿਆਂ ਦੇ ਨਾਲ ਭਰਿਆ ਹੋਇਆ ਸਾਡਾ ਖੂਨ ਰੰਗਿਆ ਇਤਿਹਾਸ ਹੈ। ਅਤੇ ਅਕਸਰ ਸ਼ਹੀਦਾਂ ਦੇ ਦਿਨ ਦਿਹਾੜੇ ਚੱਲਦੇ ਰਹਿੰਦੇ ਨੇ, ਗੁਰੂ ਸਾਹਿਬਾਨਾਂ ਦੇ, ਗੁਰੂ ਕਿਆਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ। ਅਤੇ ਸ਼ਹੀਦੀ ਦਿਹਾੜਿਆਂ 'ਤੇ ਕਬੀਰ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਆਪਾਂ ਅਕਸਰ ਹੀ ਪੜ੍ਹਦੇ ਹਾਂ, ਜਿਨ੍ਹਾਂ ਬਚਨਾਂ 'ਚ ਕਬੀਰ ਸਾਹਿਬ ਨੇ ਮਰਨ ਦੀ ਗੱਲ ਕੀਤੀ ਹੈ। ਹੁਣ ਇੱਥੇ ਸੰਸਾਰ ਅੰਦਰ ਇੱਕ ਵਿਧਾਨ ਹੈ, ਇੱਕ ਵਿਧੀ ਹੈ, ਬਹੁਤਾ ਜੀਵਨ ਲੋੜੀ ਹੈ, ਮੂਆ ਨਾ ਲੋੜੈ ਕੋਏ। ਹਰ ਕੋਈ ਜਿਉਣਾ ਚਾਹੁੰਦਾ ਹੈ, ਮਰਨਾ ਕੋਈ ਨਹੀਂ ਚਾਹੁੰਦਾ ਹੈ। ਹਰ ਕੋਈ ਜਿਉਣਾ ਚਾਹੁੰਦਾ ਹੈ। ਮੌਤ ਕਿਸੇ ਨੂੰ ਇੱਥੋਂ ਤੱਕ ਕਿ ਜਿਹੜੀਆਂ ਚੀਜ਼ਾਂ ਵੀ ਮੌਤ ਦੇ ਨਾਲ ਸੰਬੰਧਿਤ ਹੋਣ, ਅਸੀਂ ਉਹਨਾਂ ਚੀਜ਼ਾਂ ਨੂੰ ਵੀ ਆਪਣੇ ਘਰ 'ਚੋਂ ਕੱਢਣਾ ਚਾਹੁੰਦੇ ਹਾਂ, ਜਿਹਦੇ ਨਾਲ ਸਾਨੂੰ ਮੌਤ ਦਾ ਚੇਤਾ ਆਵੇ। ਜਿਹੜੀਆਂ ਜਗ੍ਹਾ ਮੌਤ ਦੇ ਨਾਲ ਸੰਬੰਧਿਤ ਹੋਣ, ਬੰਦਾ ਉਹਨਾਂ ਜਗ੍ਹਾ ਨੂੰ ਆਪਣੇ ਮਨ 'ਚੋਂ ਭੁਲਾਉਣਾ ਚਾਹੁੰਦਾ ਹੈ, ਕਿਉਂਕਿ ਮੌਤ ਨੂੰ ਭੁਲਾਉਣਾ ਚਾਹੁੰਦਾ ਹੈ, ਜੀਵਨ ਚਾਹੁੰਦਾ ਹੈ। ਅਤੇ ਜੇ ਮਹਾਰਾਜ ਨੇ, ਜਿਵੇਂ ਭਾਦੋਂ ਦਾ ਮਹੀਨਾ ਹੀ ਚੱਲ ਰਿਹਾ ਹੈ, ਅਤੇ ਭਾਦੋਂ ਦੇ ਮਹੀਨੇ 'ਚ ਗੁਰੂ ਅਰਜਨ ਸਾਹਿਬ ਨੇ ਜਿਹੜਾ ਬਚਨ ਉਪਦੇਸ਼ 12 ਮਾਹ ਬਾਣੀ ਰਾਹੀਂ ਬਖਸ਼ਿਆ ਹੈ, ਉਹਦੇ 'ਚ ਸਤਿਗੁਰੂ ਨੇ ਉਹ ਜ਼ਿਕਰ ਵੀ ਕੀਤਾ ਹੈ। ਭਾਦੋਂਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸੀ ਤਿਤ ਵੇਲੇ, ਕੈਸਨ ਪ੍ਰੇਤ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਉੱਥੇ ਮਹਾਰਾਜ ਨੇ ਇਹ ਕਿਹਾ, ਜਦੋਂ ਮੌਤ ਬੰਦੇ ਦੇ ਸਾਹਮਣੇ ਹੁਣ ਦਿਸ ਰਿਹਾ ਹੈ, ਮਰਨਾ ਪੈਣਾ, ਮਰਨਾ ਚਾਹੁੰਦਾ ਨਹੀਂ ਹੈ ਪਰ ਮਰਨਾ ਪੈਣਾ ਹੈ, ਰਸਤਾ ਕੋਈ ਹੋਰ ਹੈ ਨਹੀਂ ਹੈ। ਹੱਥ ਮਰੋੜੈ ਤਨ ਕੰਪੈ, ਸਿਆਉ ਹੋਆ ਸੇਤ। ਬੜੇ ਹੱਥ ਮਰੋੜਦਾ ਹੈ, ਰੰਗ ਬਦਲ ਜਾਂਦਾ ਹੈ, ਮੌਤ ਸਾਹਮਣੇ ਹੈ। ਹੁਣ ਬੰਦਾ ਮਰਨਾ ਕਿਉਂ ਨਹੀਂ ਚਾਹੁੰਦਾ? ਇਹਦਾ ਇੱਕ ਕਾਰਨ ਤਾਂ ਇਹ ਹੈ ਕਿ ਸਾਡਾ ਜੀਵਨ ਪ੍ਰਤੀ ਬਹੁਤ ਜ਼ਿਆਦਾ ਮੋਹ ਹੈ, ਬੜੀ ਜ਼ਿਆਦਾ ਪਕੜ ਹੈ। ਦੂਜੇ ਨੰਬਰ 'ਤੇ ਸਾਡੀ ਘਰ ਪਰਿਵਾਰ ਪ੍ਰਤੀ ਬੜੀ ਪਕੜ ਹੁੰਦੀ ਹੈ, ਸੰਸਾਰ ਪ੍ਰਤੀ ਬੜੀ ਪਕੜ ਹੈ। ਤੀਜੇ ਨੰਬਰ 'ਤੇ ਬੰਦਾ ਮੌਤ ਤੋਂ ਤਾਂ ਵੀ ਡਰਦਾ ਹੈ ਕਿਉਂਕਿ ਪਤਾ ਹੈ ਮੈਂ ਗੁਨਾਹ ਪਾਪ ਬੜੇ ਕੀਤੇ ਨੇ, ਅਤੇ ਕਿਧਰੇ ਪਾਪਾਂ ਦਾ ਅੱਗੇ ਹਿਸਾਬ ਨਾ ਦੇਣਾ ਪਵੇ, ਜੋ ਮਿੱਥਾਂ ਮਨੌਤਾਂ ਵਿਚਾਰਾਂ ਹਨ। ਅਤੇ ਜੇ ਪਾਪਾਂ ਦਾ ਹਿਸਾਬ ਦੇਣਾ ਪੈ ਗਿਆ ਤਾਂ ਫਿਰ ਮੇਰੇ ਨਾਲ ਕੀ ਬਣੇਗਾ? ਮੇਰੀ ਤੇ ਪਾਪਾਂ ਦੀ ਲਿਸਟ ਬੜੀ ਲੰਬੀ ਹੈ। ਕਬੀਰ ਸਾਹਿਬ ਕਹਿੰਦੇ ਮਰਨਾ ਵੀ ਵੈਸੇ ਕਈ ਪ੍ਰਕਾਰ ਦਾ ਹੈ। ਇੱਕ ਹੈ ਸੂਰਮੇ ਵਾਲਾ ਮਰਨਾ, ਬਹਾਦਰ ਯੋਧੇ ਵਾਲਾ ਮਰਨਾ, ਉਹ ਮਰ ਕੇ ਵੀ ਜਿਉਂਦਾ ਹੈ। ਇੱਕ ਹੈ ਭਗਤ ਦਾ ਮਰਨਾ, ਜਿਵੇਂ ਪਿੱਛੇ ਵੀ ਕਬੀਰ ਸਾਹਿਬ ਨੇ ਕਿਹਾ, ਉਹ ਮਰਦੇ ਨੇ ਪਰ ਉਹਨਾਂ ਦੀ ਮੌਤ ਦਾ ਰੋਣਾ ਕੋਈ ਨਹੀਂ, ਕਿਉਂਕਿ ਉਹ ਤਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ। ਕਬੀਰ ਸੰਤ ਮੂਏ ਕਿਆ ਰੋਈ ਹੈ। ਇੱਥੇ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਜਿਨ੍ਹਾਂ ਦਾ ਮੌਤ ਦੇ ਨਾਲ ਵੀ ਪਿਆਰ ਬਣ ਗਿਆ, ਫਿਰ ਉਹ ਮੌਤ ਤੋਂ ਡਰਦੇ ਨਹੀਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਇਹਨਾਂ 3 ਸਿੱਖਾਂ ਨੂੰ ਅਤਿਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਤੇ ਸਭ ਤੋਂ ਪਹਿਲੇ ਨੰਬਰ 'ਤੇ ਵਾਰੀ ਲੱਗੀ ਭਾਈ ਮਤੀ ਦਾਸ ਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਦਾ ਇਹ ਦੀਵਾਨ ਹੈ ਭਾਈ ਮਤੀ ਦਾਸ। ਇਹਨਾਂ ਦਾ ਪਰਿਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ 'ਚ ਰਹਿ ਕੇ ਸੇਵਾਵਾਂ ਕਰਦੇ ਰਹੇ ਨੇ। ਜਿੱਥੇ ਕਿੱਥੇ ਮਹਾਰਾਜ ਨੇ ਕੋਈ ਹੁਕਮਨਾਮਾ ਭੇਜਣਾ ਹੁੰਦਾ ਸੀ, ਉਹ ਗੁਰੂ ਮਹਾਰਾਜ ਜੋ ਬਚਨ ਕਰਦੇ ਸਨ, ਭਾਈ ਮਤੀ ਦਾਸ ਆਪਣੀ ਕਲਮ ਦੇ ਨਾਲ ਉਹ ਬਚਨਾਂ ਨੂੰ ਲਿਖਿਆ ਕਰਦੇ ਸਨ।
ਹੁਣ ਅੱਜ ਸਮਾਂ ਆਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਇਹ ਗੁਰੂ ਕੇ ਸਿੱਖ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਪਿੰਜਰੇ ਚੋਂ ਕੱਢਿਆ ਗਿਆ। ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ ਭਾਈ ਮਤੀ ਦਾਸ ਨੂੰ ਕਿ ਸਿੱਖੀ ਸਿਦਕ ਭਰੋਸਾ ਛੱਡ ਦੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸਾਥ ਛੱਡ ਦੇ, ਬੇਸ਼ੁਮਾਰ ਧਨ ਦੇਵਾਂਗੇ, ਮਾਣ ਸਨਮਾਨ ਦੇਵਾਂਗੇ, ਉੱਚੀਆਂ ਉੱਚੀਆਂ ਪਦਵੀਆਂ ਦੇਵਾਂਗੇ। ਕਿਉਂਕਿ ਜਿੰਨੇ ਵੀ ਗੁਰੂ ਕਿਆ ਸਿੱਖਾਂ ਦੀ ਆਪਾਂ ਸ਼ਹਾਦਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇੱਕ ਤੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸ਼ਹਾਦਤਾਂ ਪਾਈਆਂ, ਪਰ ਉਹਨਾਂ ਤੋਂ ਬਿਨਾਂ ਬੜੇ ਸਿੱਖ ਐਸੇ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਤੇ ਆਪਣੇ ਪਿੰਡੇ ਤੇ ਤਸ਼ੱਦਦ ਬਰਦਾਸ਼ਤ ਕਰਦਿਆਂ ਹੋਇਆਂ ਆਪਣਾ ਆਪਾ ਕੁਰਬਾਨ ਕੀਤਾ ਹੈ। ਗੁਰੂ ਕਿਆ ਸਿੱਖਾਂ ਦੇ ਵਿੱਚੋਂ ਫਿਰ ਸਭ ਤੋਂ ਪਹਿਲੇ ਨੇ ਭਾਈ ਮਤੀ ਦਾਸ, ਤੇ ਸਭ ਨੂੰ ਲਾਲਚ ਦਿੱਤੇ ਗਏ, ਸਭ ਨਾਲ ਪਿਆਰ ਨਾਲ ਗੱਲਾਂ ਹੋਈਆਂ, ਡਰਾਵੇ ਦਿੱਤੇ ਗਏ, ਪਰ ਧੰਨ ਗੁਰੂ ਕੇ ਸਿੱਖ ਜਿਹੜੇ ਸਿਦਕ ਦੇ ਵਿੱਚ ਭਰੋਸੇ ਦੇ ਵਿੱਚ ਪੂਰੇ ਰਹੇ। ਭਾਈ ਮਤੀ ਦਾਸ ਦੇ ਸਾਹਮਣੇ ਪਹਿਲਾਂ ਲਾਲਚ ਬੜਾ ਰੱਖਿਆ ਗਿਆ, ਪੈਸੇ ਦਾ ਲਾਲਚ, ਪਦਵੀਆਂ ਦਾ ਲਾਲਚ, ਹੋਰ ਬਹੁਤ ਮਾਣ ਸਨਮਾਨ ਦਾ ਲਾਲਚ, ਪਰ ਗੁਰੂ ਕੇ ਸਿੱਖ ਦੇ ਅੰਦਰ ਸੀ ਸਬਰ ਤੇ ਸੰਤੋਖ। ਕਿਉਂਕਿ ਉਹ ਗੁਰਬਾਣੀ ਚੋਂ ਗੁਰੂ ਕੇ ਗਿਆਨ ਦਾ ਭੋਜਨ ਖਾਂਦਾ ਸੀ, ਜਿਸ ਭੋਜਨ ਦੇ ਵਿੱਚ ਕੀ ਹੈ, ਥਾਲ ਵਿੱਚ 3 ਵਸਤੂ ਪਈ, ਉਹ ਸਤ ਸੰਤੋਖ ਵਿੱਚ। ਉਹਨੇ ਹੁਣ ਸੰਤੋਖ ਦੀ ਖੁਰਾਕ ਖਾਧੀ ਸੀ। ਅੱਜ ਤ੍ਰਿਸ਼ਨਾ ਦੀਆਂ ਤੇਜ਼ ਲਹਿਰਾਂ ਵੀ ਗੁਰੂ ਕੇ ਸਿੱਖ ਦੇ ਸਿਦਕ ਨੂੰ ਡੁਲਾ ਨਹੀਂ ਸਕੀਆਂ। ਹੁਣ ਜ਼ਾਲਮਾਂ ਨੇ ਵੇਖਿਆ ਕਿ ਇਹ ਲਾਲਚ ਦੇ ਨਾਲ ਡੋਲਣ ਵਾਲਾ ਨਹੀਂ ਹੈ, ਇਹਨੂੰ ਡਰਾਵੇ ਦਵੋ। ਤੇ ਡਰਾਵਿਆਂ ਦੇ ਵਿੱਚੋਂ ਵੇਖੋ ਸਭ ਤੋਂ ਵੱਡਾ ਡਰਾਵਾ ਤਾਂ ਆਖਰ ਮੌਤ ਦਾ ਹੀ ਹੁੰਦਾ ਹੈ। ਮੌਤ ਦਾ ਡਰਾਵਾ ਦਵੋ। ਭਾਈ ਮਤੀ ਦਾਸ ਨੂੰ ਮੌਤ ਦੇ ਡਰਾਵੇ ਦਿੱਤੇ ਗਏ। ਗੁਰੂ ਕਾ ਸਿੱਖ ਫਿਰ ਵੀ ਸਿਦਕ ਦੇ ਵਿੱਚ ਭਰੋਸੇ ਦੇ ਵਿੱਚ ਦ੍ਰਿੜ ਰਿਹਾ। ਜਦੋਂ ਮੌਤ ਦੇ ਡਰਾਵੇ ਦੇ ਨਾਲ ਜਾਂ ਹੋਰ ਤਨ ਦੇ ਟੌਰਚਰ ਤਸੀਹਿਆਂ ਦੇ ਨਾਲ ਵੀ ਗੁਰੂ ਕਾ ਸਿੱਖ ਨਾ ਡੋਲਿਆ, ਫਿਰ ਹੁਕਮ ਜਾਰੀ ਹੋ ਗਿਆ ਕਿ ਫਿਰ ਉਹ ਇਹਦੇ ਸਰੀਰ ਤੇ ਆਰਾ ਤੇ ਸਰੀਰ ਦੇ 2 ਟੁਕੜੇ ਕਰ ਦਵੋ। ਹੁਣ ਗੁਰੂ ਕਾ ਸਿੱਖ ਹੱਸ ਕੇ ਮਰਨ ਦੇ ਲਈ ਕਬੂਲ ਹੋ ਗਿਆ, ਤਿਆਰ ਹੋ ਗਿਆ, ਕਿਉਂਕਿ ਗੁਰੂ ਕੇ ਬਚਨ ਪੜ੍ਹਨੇ ਸਨ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਮੌਤ ਨੂੰ ਗੁਰੂ ਕੇ ਸਿੱਖ ਨੇ ਕਬੂਲ ਕੀਤਾ। ਸਿਰ ਤੇ ਜ਼ਾਲਮਾਂ ਨੇ ਆਰਾ ਰੱਖ ਦਿੱਤਾ। ਫਿਰ ਵੇਂਦੇ ਹਨ ਕਿ ਗੁਰੂ ਕਾ ਸਿੱਖ ਡਰਦਾ ਹੈ, ਡੋਲਦਾ ਹੈ ਕਿ ਨਹੀਂ ਡੋਲਦਾ ਹੈ। ਪਰ ਧੰਨ ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸਿਰ ਜਾਂਦਾ ਜਾਵੇ, ਜੀਵਨ ਜਾਂਦਾ ਜਾਵੇ, ਪਰ ਮੇਰੀ ਗੁਰੂ ਤੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ। ਇੱਕ ਭਗਤ ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ। ਮਾਲਕ ਜੀ ਆਰਾ ਤਾਂ ਕਬੂਲ ਹੈ, ਜੇ ਸਾਡੇ ਸਰੀਰ ਤੇ ਆਰਾ ਚੱਲ ਜਾਵੇ, ਸਰੀਰ 2 ਟੁਕੜੇ ਵੀ ਕਰ ਦਿੱਤੇ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈ। ਭਾਵ ਕਿ ਅਸੀਂ ਤਨ ਤੇ ਜਿੰਨਾ ਮਰਜ਼ੀ ਕੋਈ ਤਸ਼ੱਦਦ ਵੀ ਆਵੇ ਉਹ ਤਾਂ ਹੱਸ ਕੇ ਕਬੂਲ ਕਰ ਲਵਾਂਗੇ। ਤਨ ਦੀ ਪੀੜ ਸਾਨੂੰ ਪੀੜ ਨਹੀਂ ਲੱਗਦੀ ਹੈ। ਅਸਲੀ ਪੀੜ ਕਦੋਂ ਹੈ? ਜਦੋਂ ਤੁਹਾਡੇ ਵਾਲੇ ਪਾਸਿਓਂ ਅਸੀਂ ਬੇਮੁਖ ਹੋ ਜਾਈਏ ਜਾਂ ਤੁਹਾਡੀ ਸਾਡੇ ਵਾਲੇ ਪਾਸੇ ਤੋਂ ਪਿੱਠ ਹੋ ਜਾਏ। ਕਰਵਟ ਭਲਾ ਨਾ ਕਰਵਟ ਤੇਰੀ। ਕਰਵਟ ਦਾ ਮਤਲਬ ਹੈ ਪਿੱਠ। ਕਹਿੰਦੇ ਆਰਾ ਕਬੂਲ ਹੈ ਮਹਾਰਾਜ, ਤੁਹਾਡੀ ਪਿੱਠ ਕਬੂਲ ਨਹੀਂ ਜੇ। ਲਾਗ ਗਲੇ ਸੁਨ ਬਿਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। हे ਮਾਲਕ, ਸਾਡੇ ਵਾਲੇ ਪਾਸੇ ਪਿੱਠ ਕਰਕੇ ਸਾਨੂੰ ਮਾਰੋ ਨਾ। ਸਾਨੂੰ ਆਰਾ ਤੇ ਕਬੂਲ ਹੈ, ਪਰ ਸਾਨੂੰ ਤੁਹਾਡੀ ਪਿੱਠ ਕਬੂਲ ਨਹੀਂ ਹੈ। ਕਬੀਰ ਸਾਹਿਬ ਭਾਈ ਮਤੀ ਦਾਸ ਕਹਿਣ ਲੱਗੇ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਗੁਰੂ ਕਾ ਸਿੱਖ ਸਿੱਖੀ ਸਿਦਕ ਭਰੋਸੇ ਦੇ ਵਿੱਚ ਦ੍ਰਿੜ ਰਿਹਾ। ਤੇ ਅਖੀਰ ਜਦੋਂ ਉਹਨਾਂ ਨੇ ਪੁੱਛਿਆ, ਫਿਰ ਦੱਸ ਮਤੀ ਦਾਸਾ ਤੇਰੀ ਆਖਰੀ ਇੱਛਾ ਕੀ ਹੈ? ਤੇ ਭਾਈ ਮਤੀ ਦਾਸ ਨੇ ਉਦੋਂ ਵੀ ਇਹੀ ਕਿਹਾ ਕਿ ਮੇਰੀ ਆਖਰੀ ਇੱਛਾ ਇਹੀ ਹੈ
कि हुण जदों तुसी मेरे सिर ते आरा चलावो तो मेरा मुख मेरे गुरु वाले पासे रखियो, क्योंकि जिहड़ी मेरी जिंदगी गुजरी है जां गुरु के सिख दा जिहड़ा जीवन गुजरदा है वो किस भाव दे विच गुजरदा है। दर्शन देख जीवा गुर तेरा, पूरन कर्म होए प्रभ मेरा। गुर का दर्शन देख देख जीवा। भाई साहब कहन लगे मैं सारी जिंदगी अपनी अपने गुरु दे दीदार करदियां दर्शन करदियां बतीत कीती है, ते अज मैं चाहुंदा हाँ कि मेरी जिंदगी दा अखीरला साह भी गुरु दे दीदार करदियां दर्शन करदियां होया निकले, होर कुछ नहीं चाहिदा। जदों मेरे सिर ते आरा चलावो मेरा मूँह मेरे गुरु वाले पासे कर दिओ। हुण वेखो वो लोग हैरान हैं, जिहड़ी गल कबीर साहब कर रहे कि लोग मौत तो डरदे ने, जिन्हां ने जिंदगी ते मौत दे भेद नूं समझ लिया वो हस के मौत नूं गलवकड़ी च लैंदे ने। हुण मारन वाले हैरान हैं कि एक कैसा गुरु का सिख है। भाई मनी सिंह जालम बंद बंद कट्टण दा हुक्म दे दिता ते जलाद नूं तरस आ गया। उन्हें सोचा इक्को वारी गुट तो हथ वखरा कर देंदा हाँ। भाई मनी सिंह कहण लगे नहीं, तू अपने मालक दा हुक्म कमा ते मैं अपने मालक दी सिੱਖੀ कमाउणी है। तेरे मालक दा हुक्म होया है बंद बंद कट्टण दा, तू बंद बंद कट ते बंद फिर उंगल दे पहले पोटे तो शुरू हुंदा, तू अपना वार पोटे तो करना शुरू कर। जलाद भी हैरान रह गया। मारन वाले डरदे पे हैं पर मरन वाले हस के मौत नूं गलवकड़ी च लैंदे पे ने। साहिबजादियां दी भी आपां अक्सर गल करदे हां, जदों जालमां ने हुक्म दे दिता बच्चियां नूं दीवारां च चिण दवो। शाशल बेग बाशल बेग साहिबजादियां नूं दीवारां च चिणन लग पे हैं। जलाद बद्दा हुक्म दा इट्टां तां चिणन लग पिया, पर फतेह सिंह वल वेख के अखां चों पानी वग गया। हुण छोटा जिहा 6-7 साल का बाबा फतेह सिंह ते एडे छोटे जे बच्चे नूं मारना कोई सौखी गल है। जानों मकाना छोटे जे ते वह भी गुरु महाराज जी का पुत्र कितना सोहना सुनक्खा होएगा। जदों 2 वार जालमां ने इट्टां दे लाए, बच्चियां दे गिट्टियां तक इट्टां पहुँचियां। जलाद ने इट तोड़न दे लई तेसी फड़ी ते जालम सुच्चा नंद ते वजीर खान कहन लगे इट नहीं तोड़नी, सरकारी इट का नुकसान नहीं करना, बच्चियां दे गिट्टे गोडे छांग दवो। पोह दा अत दा ठंड भरिया समा वो महाराज सच्चे पातशाह जी दे नन्हे मुन्ने साहिबजादे जालम ने बाबा फतेह सिंह दे गिट्टे ते छैनी मारी, तेसी मारी ते बच्चे दे गिट्टे नूं लहू लुहान कर दिता। धन ओ गुरु का बच्चा अडोल रहा, पर जलाद डोल गया। जलाद बद्दा हुक्म दा इट्टां तां चिणन लग पिया, पर फतेह सिंह वल वेख के अखां चों पानी वग गया। बोलिया ओए बच्चिओ अणियाई मौत क्यों मरदे हो, कुछ खौफ खाओ मौत दा गल मन लो शरीक दी, बैठी कलेजा पकड़ के होवेगी माँ उडीकदी। बच्चिओ जे अपनी नहीं ते अपनी माँ दी फिक्र करो। तां साहिबजादा बोलिया सुन ओ जलादा भोलिया, तू कार अपनी करी जा, चित कासे नूं है डोलिया, साडे घर आनंद है सोग दी कोई थां नहीं। साडा घर तां गुरु नानक दा घर वो है जिथे हरख अनंत सोग नहीं बीया, सो घर गुरु नानक को दिया। साडे घर आनंद है सोग दी कोई थां नहीं, बैठे कलेजा पकड़ के ऐसी भी साडी माँ नहीं। वो जलादा साडी माँ कोई इदां दी नहीं जिहड़ी साडी मौत दी खबर सुन के कलेजा फड़ के बह जाए। माँ दी असीस करके असी दीवारां च खलोते हैं। हुण कहण दा भाव कि मारन वाले दियां अखां चों ते पानी वहिंदा पिया है, पर जिहड़ा मरन वाला है वो हस के कुर्बानी देण दे लई सारा कुछ अपने तन ते बर्दाश्त करदा पिया। ये वो अवस्था है जिहड़ी अवस्था दी गल कबीर साहब करदे हन कि कबीर जिस मरना ते जग डरै, मेरा मन आनंद, क्योंकि पता लग गया मरना ही ते पाई है पूर्ण परमानंद। जे वो परम आनंद तक पहुँचना है फिर अपना आपा कुर्बान करना पवेगा, अपना आपा निशावर करना पवेगा। और जिन्हां ने कुर्बानी की सेवक की ओढ़क निभ ही प्रीत, जीवत साहिब सेवियो अपना
ਚਲਤੇ ਰਾਖਿਓ ਚੀਤ। ਹਾਲਾਂਕਿ ਇਹ ਜਿਹੜੇ ਬਚਨ ਕਬੀਰ ਸਾਹਿਬ ਦੇ ਨੇ, ਇਹਨਾਂ ਨੂੰ ਕਮਾਉਣਾ ਕੋਈ ਸੌਖੀ ਗੱਲ ਨਹੀਂ ਹੈ। ਮੌਤ ਨੂੰ ਹੱਸ ਕੇ ਕਬੂਲ ਕਰ ਲੈਣਾ, ਆਪਾਂ ਜ਼ਿੰਦਗੀ 'ਚੋਂ ਆਨੰਦ ਲੱਭਦੇ। ਹਾਲਾਂਕਿ ਸਿਆਣੇ ਕਹਿੰਦੇ ਹਨ ਕਿ ਮੌਤ ਤਾਂ ਬਸ ਬਦਨਾਮ ਹੀ ਹੈ, ਦੁੱਖ ਤਾਂ ਜ਼ਿੰਦਗੀ ਦਿੰਦੀ ਹੈ, ਦੁੱਖ ਤਾਂ ਜ਼ਿੰਦਗੀ 'ਚ ਹੁੰਦੇ ਹਨ। ਮੌਤ ਦੀ ਖੇਡ ਤੇ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਹੈ, ਜਦੋਂ ਉਹ ਭਾਣਾ ਵਰਤਿਆ ਜ਼ਿੰਦਗੀ ਖਤਮ ਹੋ ਗਈ। ਦੁੱਖ ਸਾਰੇ ਜ਼ਿੰਦਗੀ ਦੇ ਨਾਲ ਸੰਬੰਧਿਤ ਹਨ, ਦੁੱਖ ਸਾਰੇ ਇਸ ਜ਼ਿੰਦਗੀ ਦੇ ਵਿੱਚ ਹਨ, ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਪ੍ਰਤੀ ਪਕੜ ਹੈ, ਪਦਾਰਥਾਂ ਪ੍ਰਤੀ ਪਕੜ ਹੈ, ਸੰਸਾਰ ਪ੍ਰਤੀ ਮੋਹ ਮਮਤਾ ਦੀ ਪਕੜ ਹੈ। ਤੇ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੀ ਦੁਨੀਆ ਦੀ ਖਾਤਰ ਇੱਦਾਂ ਦੀ ਪਕੜ ਹੁੰਦੀ ਹੈ, ਉਹ ਮੌਤ ਤੋਂ ਡਰਦੇ ਨੇ, ਤੇ ਜਿਨ੍ਹਾਂ ਦੀ ਦੀਨ ਪ੍ਰਤੀ ਪ੍ਰੀਤ ਬਣਦੀ ਹੈ, ਉਹ ਫਿਰ ਹੱਸ ਕੇ ਸਰੀਰ ਵੀ ਨਿਸ਼ਾਵਰ ਕਰਨਾ ਪਵੇ, त्यागना पवे ते परवाह कोई नहीं करते। ते खिलौना समझ कर जिस्म को खुशी से फोड़ देते हैं, न तख्तों न ताजों न हूरों की हसरत, खुदा भी खुदाई दे तो वापस मोड़ देते हैं। शहीद की जो मौत है वो कौम की हयात है, हयात तो हयात है, वो मौत भी हयात है। जिंदगी तो जिंदगी है, पर उन्हां दा मरना भी जिउणा है जिन्हां ने सच की खातर कुर्बानी दी। आम बंदा पता नहीं किन्नी बार जमीर की मौते मरदा है, किन्नी बार बेईमानी की मौते मरदा है, झूठ बोल बोल के बंदा पता नहीं किन्नी बार मरदा है, पर सच्चा सुच्चा धर्मी बंदा केवल एक बार मरदा है, तो उहदा एक बार दा मरना भी संसार दे लई मिसाल बनता है। फिर रहिंदी दुनिया तक संसार उहदी मौत चों भी जीउणा सिखदा है, क्योंकि उहदा मरना किसी उच्चे आदर्श दे लई मरना है, उहदा मरना किसी सिद्धांत दे लई मरना है, ਉਹਦਾ मरना अपने निज स्वार्थ ਦੇ ਲਈ मरना नहीं ਹੁੰਦਾ, ਉਹ ਦੂਜਿਆਂ ਦੀ ਖਾਤਰ ਮਰਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ। ਉਹਨਾਂ ਦੂਜਿਆਂ ਦੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਸੋ ਕਬੀਰ ਸਾਹਿਬ ਕਹਿੰਦੇ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਸ ਮੌਤ ਦੇ ਵਿੱਚ ਹੀ ਪਰਮ ਆਨੰਦ ਲੁਕਿਆ ਹੈ। ਇਦੋਂ ਅੱਗੇ 23 नंबर सलोक च कबीर साहब फरमान करदे, राम पदार्थ पाए कै कबीरा गांठ ना खोल। हे कबीर, जे तू परमात्मा दे नाम दी दात नूं प्राप्त कीता है, उन्होंने कहंदे संभाल के रख, वो गंढ खोलण दी लोड़ नहीं है, वो गंढ खोलण दी लोड़ नहीं है, वो सौदा बाहर विखाउण दी लोड़ नहीं। क्योंकि जिवें बंदा कोई अपने घर की कीमती चीज़ होवे, पैसा होवे, टका होवे, ये चीज़ां नूं बंदा लुका के संभाल के रखदा, दूजियां दे सामने विखावा कोई नहीं करता है। ते भगतां दा खजाना की है? परमात्मा दा नाम रूपी धन। हालांकि गुरमत दा एक पक्ष ये भी है, जिथे महाराज कहंदे हर का नाम ध्याए सुन सबना नूं करदान। गुरु रामदास महाराज कहते जन नानक धूड़ मंगै तिस गुरसिख की, जो आप जपै अवरा नाम जपावे। जिहड़ा आप जपदा दूजियां नूं जपाउंदा पिया है, महाराज कहते उन्हां दी चरण धूड़ असी लोचदे हां। पर इत्थे वेखो कबीर साहब कह रहे ने कि जे नाम धन दा खजाना तैनूं मिल गया है, तो फिर कबीर इनू संभाल के रख, ये गठड़ी बाहर खोलण दी लोड़ नहीं है। हुण क्यों खोलण दी लोड़ नहीं है? जे ये खजाना वंडण वरताउण वाला है, क्योंकि ये वो खजाना है जिहड़ा वंडिया वरताया घटदा नहीं है। महाराज कहंदे खावे खर्चा रल मिल भाई, तोट ना आवे वध दो जाई। जे ये वंडण वरताउण दे नाल भी घटण वाला नहीं है, जे इनू वंडना वरताउणा बड़ा महान ते उत्तम काम है, फिर कबीर साहब क्यों कह रहे हैं कि जे तेरे कोल नाम खजाना है, ये गंढ खोलण दी लोड़ नहीं है? उहदा कारण फिर अगली पंक्ति च कबीर साहब ने स्पष्ट किया है। वो कहंदे नहीं पट्टण नहीं पारखू, नहीं गाहक नहीं मोल। कहंदे खोलीए किदे सामने ये खजाना, इहदा कोई कदरदान नहीं है, ना कोई जगह ऐसी है जिथे असी नाम खजाने दी गंढ नूं खोल सकीए, ना इनू कोई परखण वाला है जिहड़ा इहदी परख करन वाला होवे। जिवें बाहर पदार्थां दी परख करन वाले, सोने दी परख करन वाले सुनियारे थां थां मौजूद हैं,
ਹੀਰਿਆਂ ਦੀ ਪਰਖ ਕਰਨ ਵਾਲੇ ਜੌਹਰੀ ਮੌਜੂਦ ਹਨ, ਪਰ ਮਾਲਕ ਦੇ ਨਾਮ ਦੀ ਪਰਖ ਤੇ ਨਾਮੀ ਦੀ ਪਰਖ ਕਰਨ ਵਾਲਾ ਇੱਥੇ ਕੋਈ ਨਹੀਂ ਹੈ। ਕਹਿੰਦੇ ਨਾ ਇੱਥੇ ਕੋਈ ਗਾਹਕ ਹੈ ਤੇ ਨਾ ਕੋਈ ਇਹਦਾ ਮੁੱਲ ਦੇਣ ਵਾਲਾ। ਉਹਦਾ ਕਹਿਣ ਦਾ ਕਬੀਰ ਸਾਹਿਬ ਦਾ ਭਾਵ ਕਿ ਜਿਹੜੇ ਅਸੀਂ ਦੁਨੀਆਦਾਰੀ ਬਿਰਤੀ ਵਾਲੇ ਹਾਂ, ਸਾਡੇ ਮਨਾਂ ਅੰਦਰ ਧਨ ਦੀ ਤਾਂ ਕੀਮਤ ਹੈ, ਪਦਾਰਥਾਂ ਦੀ ਤਾਂ ਬੜੀ ਕੀਮਤ ਹੈ, ਪਰ ਧਰਮ ਦੀ ਕੋਈ ਕੀਮਤ ਨਹੀਂ ਹੈ। ਧਰਮ ਗਿਆਨ ਦੀ ਕੋਈ ਕੀਮਤ ਨਹੀਂ ਹੈ। ਜਿਵੇਂ ਆਪਾਂ ਸਮਝੋ ਕਿਸੇ ਜਗ੍ਹਾ 'ਤੇ ਕੋਈ ਜੋੜ ਮੇਲਾ, ਕੋਈ ਦਿਨ ਦਿਹਾੜ ਹੈ, ਆਪਾਂ ਜਾਂਦੇ ਹਾਂ, ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਵੀ ਖਰੀਦ ਕੇ ਲਿਆਉਂਦੇ ਹਾਂ, ਪਰ ਕਿੰਨੀਆਂ ਕੁ ਆਪਾਂ ਧਾਰਮਿਕ ਪੁਸਤਕਾਂ ਖਰੀਦ ਕੇ ਲਿਆਉਂਦੇ ਹਾਂ, ਪੋਥੀਆਂ ਕਿੰਨੀਆਂ ਕੁ ਇਹ ਚੀਜ਼ਾਂ ਅਸੀਂ ਆਪਣੇ ਘਰ 'ਚ ਹੋਰ ਤੇ ਹਰ ਚੀਜ਼ ਸਜਾਵਟ ਦੀ ਰੱਖਦੇ ਹਾਂ, ਪਰ ਗਿਆਨ ਦੀਆਂ ਪੁਸਤਕਾਂ, ਗਿਆਨ ਦੇ ਗ੍ਰੰਥ, ਧਰਮ ਦੇ ਗ੍ਰੰਥ, ਗੁਰੂ ਕੀ ਬਾਣੀ ਦੀ ਵਿਆਖਿਆ ਦੇ ਜਿਹੜੇ ਗ੍ਰੰਥ ਹਨ, ਉਹ ਵੀ ਸਾਡੇ ਘਰ ਦਾ ਸ਼ਿੰਗਾਰ ਹੋਣੇ ਚਾਹੀਦੇ ਹਨ, ਪਰ ਆਪਾਂ ਉਹ ਨਹੀਂ ਖਰੀਦਦੇ। ਕਾਰਨ ਕੀ ਹੈ? ਸਾਨੂੰ ਉਹਨਾਂ ਦੀ ਕੀਮਤ ਦਾ, ਮੁੱਲ ਦਾ ਪਤਾ ਨਹੀਂ ਹੈ। ਤੇ ਫਿਰ ਅੱਗੇ ਜਦੋਂ ਸਾਡੀਆਂ ਔਲਾਦਾਂ ਵਿਗੜਦੀਆਂ ਹਨ, ਜਿਨ੍ਹਾਂ ਦੇ ਨਾਲ ਘਰ 'ਚ, ਸਮਾਜ 'ਚ ਵਿਗਾੜ ਪੈਂਦਾ, ਉਹ ਸਾਰੀਆਂ ਚੀਜ਼ਾਂ ਸਾਡੇ ਘਰ 'ਚ ਹੁੰਦੀਆਂ ਨੇ। ਇੰਟਰਟੇਨਮੈਂਟ ਦੇ ਆਪਾਂ ਕਹਿੰਦੇ ਸਾਰੇ ਸਾਧਨ ਘਰ 'ਚ ਹੋਣੇ ਚਾਹੀਦੇ, ਉਹ ਚੀਜ਼ਾਂ ਤੇ ਸਾਡੇ ਕੋਲ ਮੌਜੂਦ ਹਨ, ਪਰ ਜਿਨ੍ਹਾਂ ਦੇ ਨਾਲ ਜੀਵਨ ਦੇ ਵਿੱਚ ਸੁਧਾਰ ਹੋਣਾ ਹੈ, ਉਹ ਚੀਜ਼ ਕੁਝ ਵੀ ਸਾਡੇ ਘਰ 'ਚ ਨਹੀਂ ਹੁੰਦੀ। ਤੇ ਫਿਰ ਸਾਡੇ ਬੱਚਿਆਂ ਨੇ ਜੋ ਵੇਖਣਾ, ਉੱਦਾਂ ਦਾ ਪ੍ਰਭਾਵ ਉਹਨਾਂ 'ਤੇ ਪੈਂਦਾ ਹੈ ਤੇ ਉੱਦਾਂ ਦੇ ਉਹ ਬਣਦੇ ਹਨ। ਕਬੀਰ ਸਾਹਿਬ ਕਹਿੰਦੇ ਇਸੇ ਕਰਕੇ ਇਹ ਖਜ਼ਾਨਾ ਆਖਰ ਖੋਲੀਏ ਤੇ ਕਿਹਦੇ ਅੱਗੇ ਖੋਲੀਏ? ਕੋਈ ਇਹਦਾ ਮੁੱਲ ਪਾਉਣ ਵਾਲਾ, ਕੋਈ ਇਹਦੀ ਕਦਰ ਪਾਉਣ ਵਾਲਾ ਤੇ ਹੈ ਹੀ ਨਹੀਂ ਹੈ। ਤੇ ਪੁਰਾਣੇ ਸਮਿਆਂ ਤੋਂ ਹੀ ਆਪਾਂ ਵੇਖਦੇ ਹਾਂ ਕਿ ਜਿਹੜੇ ਭਗਤੀ ਦੇ ਰਸਤੇ 'ਤੇ ਤੁਰਦੇ ਰਹੇ ਨੇ, ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਠੋਕਰਾਂ ਦੁਨਿਆਵੀ ਤੌਰ 'ਤੇ ਬੜੀਆਂ ਖਾਣੀਆਂ ਪਈਆਂ ਹਨ। ਕਾਰਨ ਕੀ ਹੈ? ਉਹਨਾਂ ਦੇ ਕੋਲ ਭਗਤੀ ਦਾ ਧਨ ਤਾਂ ਮੌਜੂਦ ਸੀ, ਦੁਨੀਆ ਦੇ ਧਨ ਦੀ ਘਾਟ ਸੀ। ਗਿਆਨ ਦਾ ਧਨ ਉਹਨਾਂ ਦੇ ਕੋਲ ਸੀ, ਪਰ ਗਿਆਨ ਦੀ ਕਦਰ ਦੇ ਲਈ ਵੀ ਉਹਨਾਂ ਨੂੰ ਦੁਨੀਆਦਾਰਾਂ ਦੇ ਮੂੰਹ ਵਾਲੇ ਪਾਸੇ ਵੇਖਣਾ ਪੈਂਦਾ ਸੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਇਦੋਂ ਚੰਗਾ ਹੈ ਜਿਨ੍ਹਾਂ ਨੂੰ ਇਹਦੀ ਕਦਰ ਦਾ ਪਤਾ ਨਹੀਂ ਹੈ, ਉਹਨਾਂ ਦੇ ਸਾਹਮਣੇ ਗੰਢ ਖੋਲ ਕੇ ਤੇ ਇਹ ਖਜ਼ਾਨੇ ਦੀ ਬੇਕਦਰੀ ਕਰਾਉਣ ਦੀ ਬਜਾਏ ਇਹਦੇ ਨਾਲੋਂ ਚੰਗਾ ਹੈ ਇਹ ਕਬੀਰਾ ਗੰਢ ਨਾ ਹੀ ਖੋਲ ਤੇ ਇਹਨੂੰ ਆਪਣੇ ਕੋਲ ਹੀ ਸੰਕੋਚ ਕੇ ਰੱਖ। ਇਦੋਂ ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਤਾਂ ਸਿਉ ਪ੍ਰੀਤ ਕਰ ਜਾਕੋ ਠਾਕੁਰ ਰਾਮ। ਕਹਿੰਦੇ ਹੈ ਭਾਈ, ਉਹਦੇ ਨਾਲ ਪ੍ਰੀਤ ਪਾਵੋ ਜਿਹਦਾ ਮਾਲਕ ਉਹ ਪਰਮਾਤਮਾ ਹੈ, ਭਾਵ ਜਿਹਦੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਬਣੀ ਹੈ, ਜਿਹਦੀ ਨਿਰੰਕਾਰ ਦੇ ਨਾਲ ਪ੍ਰੀਤ ਬਣੀ ਹੈ, ਉਹਦੇ ਨਾਲ ਸਾਂਝ ਪਾਓ, ਉਹਦੇ ਨਾਲ ਮਿੱਤਰਤਾ ਪਾਓ, ਉਹਦੇ ਨਾਲ ਨੇੜਤਾ ਬਣਾਓ, ਉਹਦੇ ਨਾਲ ਪਿਆਰ ਬਣਾਓ। ਕਿਉਂਕਿ ਦੁਨਿਆਵੀ ਤੌਰ 'ਤੇ ਆਪਾਂ ਅਕਸਰ ਵੇਖਦੇ ਹਾਂ ਲੋਕ ਇੱਥੇ ਅਮੀਰਾਂ ਤੇ ਤਕੜਿਆਂ ਦੇ ਨਾਲ ਸਾਂਝ ਬਣਾਉਂਦੇ ਨੇ, ਜਪਣ ਵਾਲਾ ਕੋਈ ਗਰੀਬ ਹੋਵੇ ਉਹਦੇ ਨਾਲ ਕੋਈ ਸਾਂਝ ਨਹੀਂ ਬਣਾਉਂਦਾ। ਮਾਇਆਧਾਰੀ, ਦੁਨੀਆਦਾਰੀ, ਇਹਨਾਂ ਦੇ ਨਾਲ ਲੋਕ ਬੜੀ ਸਾਂਝ ਪਾਉਂਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਚੇਤੇ ਰੱਖੀ, ਜਿੱਥੇ ਰੱਬ ਦਾ ਨਾਮ ਤੇ ਰੱਬ ਦਾ ਨਾਮ ਜਪਣ ਵਾਲਾ ਤੇਰਾ ਸਹਾਈ ਬਣ ਸਕਦਾ, ਉੱਥੇ ਦੁਨੀਆ ਦਾ ਪਦਾਰਥ, ਉੱਥੇ ਕੋਈ ਦੁਨੀਆ ਦਾ ਧਨੀ, ਕੋਈ ਰਾਜਾ, ਕੋਈ ਭੂਪਤ, ਉਹ ਤੇਰੇ ਕੰਮ ਆਉਣ ਵਾਲਾ ਨਹੀਂ ਹੈ। ਕਬੀਰ ਤਾਂ ਸਿਉ ਪ੍ਰੀਤ ਕਰ ਜਾਕੋ ਠਾਕੁਰ ਰਾਮ, ਪੰਡਤ ਰਾਜੇ ਭੂਪਤੀ ਆਵੈ ਕੌਨੇ ਕਾਮ। ਕਹਿੰਦੇ ਇਹ ਜਿਹੜੇ ਬਾਹਰ ਦੇ ਭਾਵੇਂ ਵਿਦਵਾਨ ਹੋਣ, ਪੰਡਤ ਦਾ ਭਾਵ ਵਿਦਵਾਨ, ਰਾਜੇ ਜਾਂ ਹੋਰ ਵੱਡੇ ਜਿਹੜੇ ਮਹਾਰਾਜੇ ਵੀ ਹਨ, ਕਬੀਰ ਸਾਹਿਬ ਕਹਿਣ ਲੱਗੇ ਉਹ ਕਿਸੇ ਕੰਮ ਆਉਣ ਵਾਲੇ ਨਹੀਂ, ਕਿਉਂਕਿ ਉਹ ਤਾਂ ਆਪ ਭੁੱਖ ਉਹਨਾਂ ਦੇ ਮਨ ਅੰਦਰ ਹੈ, ਉਹ ਤਾਂ ਆਪ ਕਈ ਤਰ੍ਹਾਂ ਦੇ ਸਵਾਰਥ ਮਨ 'ਚ ਰੱਖ ਕੇ ਜਿਉਂਦੇ ਹਨ। ਬਾਹਰੋਂ ਲੱਗਦਾ ਹੈ ਉਹ ਬੜੇ ਰੱਜੇ ਨੇ, ਬੜੇ ਤਕੜੇ ਨੇ, ਬੜੇ ਧਨੀ ਹਨ, ਪਰ ਅਸਲ ਦੇ ਵਿੱਚ ਉਹ ਅੰਦਰ ਦੇ ਕੰਗਾਲ ਹੁੰਦੇ ਹਨ, ਅੰਦਰ ਦੇ ਕੰਗਾਲ। ਇੱਕ ਬੜੀ ਪਿਆਰੀ ਕਹਾਣੀ ਵੀ ਕਿਸੇ ਨੇ ਲਿਖੀ ਹੈ ਕਿ ਕੋਈ ਫਕੀਰ ਰੱਬ ਦੀ ਭਗਤੀ ਕਰਨ ਵਾਲਾ, ਲੋਕ ਉਹਦੇ ਕੋਲ ਬੜੇ ਆਉਂਦੇ ਸਨ ਤੇ ਬਹੁਤ ਤਰ੍ਹਾਂ ਦੀਆਂ ਭੇਟਾਵਾਂ ਵੀ ਉਹਦੇ ਅੱਗੇ ਭੇਟ ਕਰਿਆ ਕਰਦੇ ਸਨ। ਉਹਦੀ ਕੋਈ ਮਾਇਆ ਪ੍ਰਤੀ ਪਕੜ ਨਹੀਂ ਸੀ, ਕੋਈ ਲੋਭ ਲਾਲਚ ਨਹੀਂ ਸੀ, ਨਾ ਕੋਈ ਬਹੁਤੀਆਂ ਜ਼ਰੂਰਤਾਂ ਸਨ, ਜੀਵਨ ਬੜਾ ਸਧਾਰਨ ਜਿਉਂਦਾ ਸੀ ਉਹ। ਇੱਦਾਂ ਲੋਕ ਲਗਾਤਾਰ ਉਹਦੇ ਕੋਲ ਆਉਂਦੇ ਗਏ ਤੇ ਧਨ ਬੜਾ ਇਕੱਠਾ ਹੋ ਗਿਆ। ਹੁਣ ਉਹਨੇ ਸੋਚਿਆ ਕਿ ਇਹ ਧਨ ਕਿਸੇ ਲੋੜਵੰਦ ਨੂੰ ਦੇ ਦਿੱਤਾ ਜਾਏ, ਕਿਸੇ ਗਰੀਬ ਨੂੰ ਦੇ ਦਿੱਤਾ ਜਾਏ,
ਤਾਂ ਕਿ ਉਹਦੀਆਂ ਲੋੜਾਂ ਪੂਰੀਆਂ ਹੋ ਸਕਣ, ਉਹ ਰੱਜ ਸਕੇ। ਮੈਨੂੰ ਤੇ ਇਸ ਧਨ ਦੀ ਜ਼ਰੂਰਤ ਲੋੜ ਕੋਈ ਨਹੀਂ ਹੈ। ਉਹ ਫਕੀਰ ਨੇ ਉਹ ਧਨ ਲਿਆ ਤੇ ਬਾਹਰ ਕਿਸੇ ਨੂੰ ਦੇਣ ਦੇ ਲਈ ਤੁਰ ਪਿਆ। ਅੱਗੇ ਉਹਨੇ ਕੀ ਵੇਖਿਆ, ਇੱਕ ਜਗ੍ਹਾ ਤੇ ਰਾਜਾ ਹੈ, ਉਹਦੇ ਸਿਪਾਹੀ ਨੇ ਤੇ ਇੱਕ ਗਰੀਬ ਨੂੰ ਮਾਰਦੇ ਪਏ ਹਨ। ਉਹਦੇ ਕੋਲੋਂ ਟੈਕਸ ਮੰਗਦੇ ਸਨ, ਗਰੀਬ ਦੇ ਕੋਲੋਂ ਜ਼ਿਮੀਂਦਾਰ। ਉਹ ਅੱਗੋਂ ਦੁਹਾਈ ਦੇ ਕੇ ਕਹਿ ਰਿਹਾ ਸੀ ਕਿ ਮੀਂਹ ਨਾ ਪੈਣ ਕਰਕੇ ਫਸਲ ਨਹੀਂ ਹੋਈ ਹੈ, ਤੇ ਜਦੋਂ ਫਸਲ ਨਹੀਂ ਹੋਈ, ਮੇਰੇ ਤੇ ਆਪਣੇ ਬੱਚਿਆਂ ਦੇ ਖਾਣ ਦੇ ਲਈ ਘਰ 'ਚ ਅਨਾਜ ਕੋਈ ਨਹੀਂ ਹੈ, ਮੈਂ ਤੁਹਾਨੂੰ ਕਿੱਥੋਂ ਦੇਵਾਂ। ਪਰ ਉਹ ਕਿੱਥੇ ਸੁਣਦੇ ਸਨ ਫਕੀਰ, ਉਹਨੂੰ ਮਾਰੀ ਜਾ ਰਹੇ ਹਨ ਜ਼ਿਮੀਂਦਾਰ ਨੂੰ। ਹੁਣ ਉਹ ਫਕੀਰ ਉੱਥੇ ਖਲੋਤਾ ਵੇਂਦਾ ਹੈ ਕਿ ਇੱਕ ਪਾਸੇ ਤਾਂ ਉਹ ਗਰੀਬ ਹੈ ਜਿਹਦੇ ਕੋਲ ਕੁਝ ਨਹੀਂ ਹੈ, ਉਹ ਬੇਵੱਸੀ ਕਰਕੇ ਕਹਿ ਰਿਹਾ ਹੈ ਕਿ ਮੇਰੇ ਕੋਲ ਹੈ ਕੁਝ ਨਹੀਂ ਹੈ। ਦੂਜੇ ਪਾਸੇ ਰਾਜਾ ਹੈ ਜਿਹੜਾ ਕਹਿ ਰਿਹਾ ਹੈ ਕਿ ਜੇ ਮੈਂ ਧਨ ਨਾ ਲਵਾਂਗਾ, ਟੈਕਸ ਨਾ ਲਵਾਂਗਾ, ਤੇ ਮੇਰਾ ਰਾਜ ਕਿੱਦਾਂ ਚੱਲੇਗਾ, ਮੇਰੇ ਤੇ ਖਜ਼ਾਨੇ ਖਾਲੀ ਹੋ ਜਾਣਗੇ। ਹੁਣ ਉਹ ਖਲੋਤਾ ਫਕੀਰ ਫਿਰ ਅੰਦਾਜ਼ਾ ਲਗਾਉਂਦਾ ਹੈ ਕਿ ਇਹਨਾਂ ਦੋਵਾਂ ਦੇ ਵਿੱਚੋਂ ਵੱਡਾ ਗਰੀਬ ਕਿਹੜਾ ਹੈ। ਤੇ ਉਹਦੇ ਕੋਲ ਜਿੰਨੇ ਪੈਸੇ ਸਨ ਉਹਨੇ ਉਹ ਰਾਜੇ ਨੂੰ ਦੇ ਦਿੱਤੇ। ਤੂੰ ਗਰੀਬਾਂ ਤੇ ਇੱਦਾਂ ਧੱਕਾ ਨਾ ਕਰ, ਜੇ ਪੈਸੇ ਹੀ ਚਾਹੀਦੇ ਹਨ ਤੇ ਮੇਰੇ ਕੋਲੋਂ ਆ ਖਜ਼ਾਨਾ, ਆ ਧਨ ਤੂੰ ਲੈ ਲੈ। ਕਿਉਂਕਿ ਮੈਂ ਵੇਖ ਲਿਆ, ਮੈਂ ਪੈਸੇ ਤਾਂ ਵੰਡਣੇ ਸਨ ਗਰੀਬਾਂ ਦੇ ਵਿੱਚ, ਪਰ ਮੈਨੂੰ ਲੱਗਿਆ ਤੇਰੇ ਤੋਂ ਵੱਡਾ ਗਰੀਬ ਕੋਈ ਨਹੀਂ ਜਿਹਦੇ ਖਜ਼ਾਨੇ ਤੇ ਭਰੇ ਨੇ, ਪਰ ਫਿਰ ਵੀ ਮਨ ਭੁੱਖੇ ਦਾ ਭੁੱਖਾ ਹੀ ਹੈ। ਮਹਾਰਾਜ ਕਹਿੰਦੇ ਅਕਸਰ ਕੇਵਲ ਇੱਕ ਦੀ ਗੱਲ ਨਹੀਂ ਹੈ, ਇੱਥੇ ਬਹੁਤਿਆਂ ਦੀ ਗੱਲ ਇਹ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਪਦਾਰਥਾਂ ਦੀਆਂ ਤੇ ਪੰਡਾਂ ਬੰਨ੍ਹ ਲਈਆਂ, ਪਰ ਮਨ ਅਜੇ ਵੀ ਭੁੱਖੇ ਦਾ ਭੁੱਖਾ, ਮਨ ਦੀ ਸੰਤੁਸ਼ਟੀ ਨਹੀਂ ਹੈ, ਮਨ ਅਜੇ ਵੀ ਰੱਜਿਆ ਨਹੀਂ। ਤੇ ਜਿਹਦਾ ਆਪਣਾ ਹੀ ਮਨ ਭੁੱਖਾ ਹੈ ਉਹ ਕਿਸੇ ਦੂਜੇ ਨੂੰ ਸੰਤੁਸ਼ਟ ਕਿੱਥੋਂ ਕਰੇਗਾ। ਜਿਹੜਾ ਆਪ ਹੀ ਭਿਖਾਰੀ ਆ ਉਹ ਕਿਸੇ ਦੂਜੇ ਨੂੰ ਕਿੱਥੋਂ ਰਜਾ ਸਕਦਾ। ਇੱਕ ਫਕੀਰ, ਕੋਈ ਲੋੜ ਸੀ, ਰਾਜੇ ਦੇ ਦਰਬਾਰ ਗਿਆ। ਅੱਗੇ ਰਾਜਾ ਇੱਕ ਮੂਰਤੀ ਦੇ ਸਾਹਮਣੇ ਭਗਵਾਨ ਦੇ ਮੰਦਰ ਦੇ ਵਿੱਚ ਪਤਾ ਨਹੀਂ ਕੀ ਕੁਝ ਮੰਗੀ ਜਾਵੇ, ਫਕੀਰ ਉੱਥੋਂ ਹੀ ਪਰਤ ਆਇਆ। ਸਿਪਾਹੀਆਂ ਦੱਸਿਆ ਜੀ ਤੁਹਾਨੂੰ ਮਿਲਣ ਦੇ ਲਈ ਆਇਆ ਸੀ, ਪਰ ਪਛਾਂ ਪਰਤ ਗਿਆ। ਪੁੱਛਿਆ ਰਾਜੇ ਨੇ, ਮਹਾਤਮਾ ਜੀ ਜੇ ਕਿਸੇ ਕੰਮ ਆਏ ਸੀ, ਕੋਈ ਲੋੜ ਹੈ ਤੇ ਦੱਸੋ। ਉਹ ਕਹਿਣ ਲੱਗਾ, ਆਇਆ ਤਾਂ ਮੈਂ ਬੜੇ ਮਨ 'ਚ ਵਿਸ਼ਵਾਸ ਰੱਖ ਕੇ ਸੀ, ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਤੇਰੇ ਕੋਲੋਂ ਕੀ ਮੰਗਾ, ਤੂੰ ਤੇ ਮੇਰੇ ਤੋਂ ਵੀ ਵੱਡਾ ਭਿਖਾਰੀ ਹੈ। ਤੇ ਭਿਖਾਰੀ ਤੋਂ ਭਿਖਾਰੀ ਨੇ ਕੀ ਮੰਗਣਾ, ਤੇ ਭਿਖਾਰੀ ਨੇ ਕਿਸੇ ਭਿਖਾਰੀ ਨੂੰ ਸੰਤੁਸ਼ਟ ਵੀ ਕਿੱਥੋਂ ਕਰਨਾ। ਇਸੇ ਨੂੰ ਹਜੂਰ ਬਾਣੀ 'ਚ ਕਹਿੰਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲੱਗ। ਉਹ ਰੱਬ ਹੀ, ਅਕਾਲ ਪੁਰਖ ਹੀ ਰਹਿਮਤ ਕਰਕੇ ਸਬਰ ਸੰਤੋਖ ਤ੍ਰਿਪਤੀ ਦੀ ਦਾਤ ਬਖਸ਼ ਕੇ ਸਾਨੂੰ ਰਜਾਵੇ, ਅਸੀਂ ਰੱਜ ਸਕਦੇ ਹਾਂ, ਉਹਦੇ ਤੋਂ ਬਿਨਾਂ ਬੰਦਾ ਰੱਜ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਹੜੇ ਆਪ ਹੀ ਭੁੱਖੇ ਹਨ, ਆਵੈ ਕੌਣੇ ਕਾਮ, ਉਹ ਤੇਰੇ ਕੰਮ ਕੀ ਆ ਸਕਦੇ ਨੇ ਜਿਨ੍ਹਾਂ ਦੀਆਂ ਆਪਣੀਆਂ ਹੀ ਅਜੇ ਵਾਸ਼ਨਾਵਾਂ ਪੂਰੀਆਂ ਨਹੀਂ ਹੋਈਆਂ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਪ੍ਰੀਤ ਏਕ ਸਿਉ ਕੀਏ ਆਨ ਦੁਬਦਾ ਜਾਏ। ਕਹਿੰਦੇ ਜਦੋਂ ਹਿਰਦੇ 'ਚ ਇੱਕ ਵਾਹਿਗੁਰੂ ਦੇ ਪ੍ਰਤੀ ਪ੍ਰੀਤ ਬਣ ਗਈ ਤੇ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗਿਆ ਨਾ ਕੋਏ। ਪਰਮਾਤਮਾ ਦੀ ਜਿਹੜੀ ਪ੍ਰੀਤ ਹੈ, ਜਾਂ ਜਦੋਂ ਅੰਦਰ ਤੋਂ ਅਕਾਲ ਪੁਰਖ ਦੇ ਨਾਲ, ਗੁਰੂ ਦੇ ਨਾਲ ਜਦੋਂ ਸਾਂਝ ਬਣਦੀ ਹੈ, ਫਿਰ ਜੀਵਨ 'ਚੋਂ ਦੁਬਦਾ ਖਤਮ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਅੰਦਰ ਤਾਂ ਦੁਬਦਾ ਦੇ ਨਾਲ ਭਰਿਆ ਹੋਵੇ, ਮਾਲਕ ਪ੍ਰਤੀ ਭਰੋਸਾ ਨਹੀਂ ਹੈ, ਪ੍ਰੀਤ ਨਹੀਂ ਹੈ, ਅੰਦਰ ਦੁਬਦਾ ਹੈ, ਬਾਹਰੋਂ ਤੋਂ ਜਿੰਨੇ ਮਰਜ਼ੀ ਧਰਮ ਦੇ ਭੇਖ ਕਰ ਲੈ, ਕਿਉਂਕਿ ਕਈ ਤਰ੍ਹਾਂ ਦੇ ਧਰਮ ਦੇ ਭੇਖ ਉਦੋਂ ਲੋਕ ਕਰਦੇ ਸਨ। ਸਿਰ ਬਿਲਕੁਲ ਮਨਾ ਲੈਣਾ, ਬਿਲਕੁਲ ਮਨਾ ਲੈਣਾ ਇਹ ਵੀ ਸੀ, ਤੇ ਲੰਬੀਆਂ ਲੰਬੀਆਂ ਜਟਾਵਾਂ ਰੱਖਣ ਵਾਲੇ ਭੇਖ ਵੀ ਚੱਲਦੇ ਸਨ। ਉਹ ਕਹਿੰਦੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ, ਭਾਵੇਂ ਤੂੰ ਲੰਬੇ ਕਰ ਲਾ ਕੇਸਾਂ ਨੂੰ, ਜਟਾਵਾਂ ਰੱਖ ਲੈ, ਭਾਵੇਂ ਤੂੰ ਥੱਲਿਓਂ ਐਨ ਰਗੜਾ ਲਗਵਾ ਲੈ। ਜੇ ਤੇਰੀ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ, ਤੇਰੇ ਅੰਦਰ ਦੀ ਦੁਬਦਾ ਖਤਮ ਨਹੀਂ ਹੋ ਸਕਦੀ। ਕਹਿਣ ਦਾ ਭਾਵ, ਜੇ ਆਪਾਂ ਅੰਦਰ ਤੋਂ ਨਹੀਂ ਜੁੜੇ ਤੇ ਬਾਹਰ ਦੇ ਭੇਖ ਦੇ ਨਾਲ ਕੋਈ ਗੱਲ ਨਹੀਂ ਬਣਨੀ। ਜਿਵੇਂ ਗੁਰੂ ਕਲਗੀਧਰ ਮਹਾਰਾਜ ਨੇ ਵੀ ਹੁਕਮ ਕੀਤਾ ਕਿ ਗੁਰੂ ਕਾ ਸਿੱਖ ਪੀਵੋ ਪਾਉਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਅੰਦਰ ਤੋਂ ਜੁੜੋ, ਰਹਿਤਾਂ ਬਹਿਤਾਂ ਦੇ ਕਕਾਰਾਂ ਦੇ ਧਾਰਨੀ ਬਣੋ। ਪਰ ਜੇ ਅੰਦਰ ਤੋਂ ਨਹੀਂ ਜੁੜਿਆ, ਗੁਰਸਿੱਖੀ ਨੂੰ ਗ੍ਰਹਿਣ ਨਹੀਂ ਕੀਤਾ, ਇੱਕ ਮਰਿਆਦਾ, ਇੱਕ
ਸਿਸਟਮ ਦੇ ਰਾਹੀਂ ਗੁਰੂ ਵਾਲੇ ਜੇ ਆਪਾਂ ਨਹੀਂ ਬਣੇ, ਕੇਵਲ ਬਾਹਰੋਂ ਵਿਖਾਵਾ ਕਰ ਰਹੇ ਹਾਂ ਤੇ ਗੁਰੂ ਉਸ ਵਿਖਾਵੇ ਨੂੰ ਕਬੂਲ ਨਹੀਂ ਕਰਦੇ। ਮਹਾਰਾਜ ਕਹਿੰਦੇ ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਕੇਸ ਤਾਂ ਹੈ ਨਾ, ਬਾਹਰ ਦਾ ਸਰੂਪ ਤੇ ਹੈ, ਪਰ ਅੰਦਰ ਗੁਰੂ ਦੀ ਪ੍ਰੀਤ ਨਹੀਂ ਹੈ, ਅੰਮ੍ਰਿਤ ਦੀ ਦਾਤ ਨਹੀਂ ਲਈ, ਅੰਦਰੋਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਨਹੀਂ ਕੀਤਾ। ਅੰਮ੍ਰਿਤ ਦੀ ਦਾਤ ਲੈਣ ਦਾ ਭਾਵ ਅਸੀਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ। ਜਿਵੇਂ ਪਹਿਲਾਂ ਪੰਜਾਂ ਨੇ ਅੰਮ੍ਰਿਤ ਦੀ ਦਾਤ ਲਈ, ਉਹ ਇੱਕ ਦ੍ਰਿਸ਼ਟਾਂਤ ਸੀ ਕਿ ਜੇ ਅੰਮ੍ਰਿਤ ਦੀ ਦਾਤ ਲੈਣੀ ਹੈ, ਗੁਰੂ ਅੱਗੇ ਆਪਣਾ ਆਪਾ ਭੇਟ ਕਰਨਾ ਪੈਣਾ, ਆਪਾ ਸਮਰਪਿਤ ਕਰਨਾ ਪੈਣਾ ਹੈ। ਉਦੋਂ ਬਾਅਦ ਫਿਰ 5 ਸਿੰਘ ਜੋ ਅੰਮ੍ਰਿਤ ਦੇ ਹੈ, ਤਾਕੋ ਸਿਰ ਧਰ ਪੁਨ ਸ਼ਕ ਲੈ ਹੈ, ਪਾਂਚੋਂ ਮਿਲ ਕਰ ਰਹਿਤ ਜੋ ਭਖ ਹੈ, ਤਾਕੋ ਮਨ ਮੈਂ ਦ੍ਰਿੜ ਕਰ ਰੱਖ। ਮਹਾਰਾਜ ਕਹਿੰਦੇ ਜੇ ਤੇਰੀ ਉਹ ਅੰਦਰ ਤੋਂ ਗੁਰੂ ਨੂੰ ਸਮਰਪਿਤ ਭਾਵਨਾ ਹੀ ਨਹੀਂ ਹੈ ਤੇ ਤੂੰ ਬਾਹਰੋਂ ਵਿਖਾਵਾ ਕਰੀ ਜਾਵੇਂ ਤੇ ਫਿਰ ਜੀਵਨ ਦੀ ਖੇਡ ਨਹੀਂ ਉਹ ਸਵਰ ਸਕਦੀ। ਜੇ ਅੰਦਰੋਂ ਨਹੀਂ ਜੁੜਿਆ, ਬਾਹਰ ਤੇ ਤੂੰ ਜੋ ਮਰਜ਼ੀ ਬਣ ਕੇ ਵਿਚਰਦਾ ਰਹੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੀ ਅੰਦਰ ਤੋਂ ਪ੍ਰੀਤ ਮਾਲਕ ਦੇ ਪ੍ਰਤੀ ਬਣਦੀ ਹੈ, ਉਹਨਾਂ ਦੇ ਜੀਵਨ ਦੀ ਦੁਬਿਧਾ ਦੁਚਿੱਤੀ ਮੇਰ ਤੇਰ ਖਤਮ ਹੁੰਦੀ ਹੈ, ਤੇ ਜਿਨ੍ਹਾਂ ਦੀ ਹਿਰਦੇ ਤੋਂ ਪਰਮਾਤਮਾ ਦੇ ਨਾਲ ਪ੍ਰੀਤ ਬਣ ਗਈ, ਉਹ ਫਿਰ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ। ਉਹ ਫਿਰ ਸੁਖਦਾਈ ਪ੍ਰੀਤ ਹੈ, ਪਰਮਾਤਮਾ ਦੀ ਪ੍ਰੀਤ। ਉਹ ਸੁਖਦਾਈ ਪ੍ਰੀਤ ਤੇ ਪ੍ਰਤੀਤ ਹਿਰਦੇ 'ਚ ਰੱਖ ਕੇ ਜੀਵਨ ਨੂੰ ਸਫਲ ਬਣਾਉਂਦੇ ਨੇ। ਸੋ ਸਤਿਗੁਰੂ ਮਿਹਰ ਕਰਨ। ਜੋ ਜੋ ਬਚਨ ਉਪਦੇਸ਼ ਗਿਆਨ ਕਬੀਰ ਸਾਹਿਬ ਇਹਨਾਂ ਪਾਵਨ ਸਲੋਕਾਂ ਰਾਹੀਂ ਸਾਨੂੰ ਬਖਸ਼ ਰਹੇ ਨੇ, ਉਹ ਆਪਾਂ ਹਿਰਦੇ 'ਚ ਧਾਰਨ ਕਰੀਏ। ਗੁਰੂ ਪ੍ਰਤੀ, ਵਾਹਿਗੁਰੂ ਪ੍ਰਤੀ ਪ੍ਰੀਤ ਤੇ ਪ੍ਰਤੀਤ ਦਾ ਉਪਦੇਸ਼ ਜੋ ਸਤਿਗੁਰੂ ਜੀ ਨੇ, ਭਗਤ ਜੀ ਨੇ ਇਹਨਾਂ ਸਲੋਕਾਂ ਰਾਹੀਂ ਸਾਨੂੰ ਬਖਸ਼ਿਆ, ਉਹ ਪ੍ਰੀਤ ਪ੍ਰਤੀਤ ਸਾਡੇ ਹਿਰਦੇ 'ਚ ਬਣੇ, ਸਿੱਖੀ ਸਿਦਕ ਭਰੋਸਾ ਬਣੇ। ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨਾ, ਰਹਿਤਾਂ ਬੈਤਾਂ ਦੇ ਧਾਰਨੀ ਬਣਨਾ ਹੈ। ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।